6 ਮਹੀਨੇ ਤੋਂ ਬਾਅਦ ਫਿਰ ਮੈਂ SDM ਰਾਮਪੁਰਾ ਫੂਲ ਜਿਹੜੀ ਮੇਰੀ ਮੇਨ ਫਰਸਟ ਪਿਓਰ ਮਾਲਵੇ ਦੇ ਇਲਾਕੇ 'ਚ SDM ਰਾਮਪੁਰਾ ਫੂਲ ਲਾਇਆ। ਅੱਛਾ। ਔਰ ਉਦੋਂ ਮੈਨੂੰ ਸਗੋਂ ਬਠਿੰਡਾ ਮੈਂ ਪਹਿਲੀ ਵਾਰੀ ਨਾਮ ਵੀ ਸੁਣਿਆ ਸੀਗਾ, ਮੈਨੂੰ ਕਦੇ ਪਤਾ ਹੀ ਨਹੀਂ ਸੀਗਾ ਮੇਰੀ ਕਿੱਥੇ ਪੋਸਟਿੰਗ ਹੋ ਰਹੀ ਹੈ। ਅੱਛਾ। ਉਸ ਤੋਂ ਬਾਅਦ ਤਾਂ ਜਬ ਵੀ ਮੈਟ ਨੇ ਬਠਿੰਡਾ ਨੂੰ ਬਹੁਤ ਪਪੂਲਰ ਕਰਤਾ ਤੇ ਕਰੀਨਾ ਕਪੂਰ ਨੇ ਸਾਰਿਆਂ ਨੂੰ ਦੱਸਤਾ ਕਿ ਬਠਿੰਡਾ ਕਿੱਥੇ ਹੈ। ਤੁਸੀਂ 97 ਵਿੱਚ ਦੱਸਤਾ ਕਰੀਨਾ ਕਪੂਰ। ਤੇ ਜਦੋਂ ਮੈਂ ਜੁਆਇਨ ਕੀਤਾ ਤੇ ਸਾਡੇ ਇੱਕ CM ਹੁੰਦੇ ਸੀਗੇ ਚੀਫ ਮਿਨਿਸਟਰ, ਬੜੇ ਸਟੇਟਸਮੈਨ ਸੀ, ਤੇ ਉਹਨਾਂ ਨੇ ਮੈਨੂੰ ਲਾਇਆ ਤੇ ਲੋਕੀ ਉਹਨਾਂ ਦੇ ਕੋਲ ਗਏ ਕਿਉਂਕਿ ਬਾਦਲ ਸਾਹਿਬ ਅੱਛਾ ਕਿ ਜੀ ਤੁਸੀਂ ਕਿੱਥੇ ਕੁੜੀ ਲਾਤੀ ਹੈ, ਬਾਹਰਲੀ ਕੁੜੀ ਦਿੱਲੀ ਤੋਂ ਆਈ ਹੈ, ਇਹਨੂੰ ਕਿਵੇਂ ਆਪਾਂ ਗੱਲਬਾਤ ਇਹਨਾਂ ਦੇ ਨਾਲ ਕਿੱਦਾਂ ਕਰਾਂਗੇ, ਇਹ ਤਾਂ ਕੁੜੀ ਹੈ ਤੇ ਕੁੜੀ ਸਾਡੀ SDM ਕਿਵੇਂ ਹੋ ਸਕਦੀ ਹੈ। ਅੱਛਾ ਜੀ। ਉਦੋਂ ਦੀ ਗੱਲ ਕਰ ਰਹੀ ਹਾਂ ਮੈਂ, ਜਦੋਂ ਇਹ ਚੀਜ਼ਾਂ ਹੁਣ ਲੱਗਦੀਆਂ ਕਿ ਸੱਚਾਈ ਨਹੀਂ ਹੈ ਇਹਦੇ ਵਿੱਚ, ਲੇਕਿਨ ਤੁਸੀਂ ਦੇਖੋ ਸਮਾਂ ਕਿੰਨਾ ਬਦਲਦਾ ਹੈ। ਜੀ। ਤੇ ਬਾਦਲ ਸਾਹਿਬ ਨੇ ਹੱਸਦੇ ਹੋਏ ਉਹਨਾਂ ਨੂੰ ਬਸ ਸਮਾਈਲ ਕਰਕੇ ਉਹ ਚਲੇ ਗਏ। ਤੇ 6 ਮਹੀਨੇ ਬਾਅਦ ਉਸ ਤੋਂ ਬਾਅਦ ਫਿਰ ਦੁਬਾਰਾ ਜਦੋਂ ਉੱਥੇ ਆਏ ਤੇ ਉਹਨਾਂ ਨੇ ਪੁੱਛਿਆ ਹਾਂਜੀ ਹੁਣ ਬਦਲ ਦੀਏ, ਤੇ ਸਾਰਿਆਂ ਨੇ ਕਹਾ ਨਹੀਂ ਜੀ ਨਹੀਂ। ਤੇ ਸ਼ੁਰੂਆਤ ਹਮੇਸ਼ਾ ਔਖੀ ਹੁੰਦੀ ਹੈ, ਲੇਕਿਨ ਕਿਉਂਕਿ ਮੈਂ ਫਰਸਟ SDM ਸੀ ਰਾਮਪੁਰਾ ਫੂਲ ਦੀ। ਅੱਛਾ, ਉਸ ਤੋਂ ਪਹਿਲਾਂ ਕੋਈ ਲੇਡੀ ਆਫੀਸਰ ਨਹੀਂ ਸੀ? ਆਫੀਸਰ ਉੱਥੋਂ ਨਹੀਂ ਪੋਸਟ ਹੋਈ ਸੀਗੀ। ਅੱਛਾ। ਤੇ ਉਹਨਾਂ ਨੇ ਪਹਿਲੀ ਵਾਰ ਇੱਕ ਲੇਡੀ SDM ਦੇਖੀ ਸੀਗੀ ਤੇ ਓਬਵੀਅਸਲੀ ਬੰਦੇ ਨੂੰ ਥੋੜਾ ਲੇਡੀ ਆਫੀਸਰ ਬੰਦਾ ਗੱਲ ਕਰਨ ਝੱਕਦਾ ਵੀ ਹੈਗਾ ਨਾ, ਝੱਕਦਾ ਹੈ। ਤੇ ਐਕਚੁਅਲੀ ਉਹਨਾਂ ਦਾ ਕਿਸੇ ਦਾ ਕਸੂਰ ਨਹੀਂ ਹੈ, ਸੁਸਾਇਟੀ ਉੱਦਾਂ ਦੀ ਸੀ, ਮਾਹੌਲ ਉੱਦਾਂ ਦਾ ਸੀ ਦੈਟ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਕੁੜੀਆਂ ਸਿਰਫ ਇਸ ਕਰਕੇ ਬਣੀ ਹੋਈ ਹੈ ਕਿ ਜੀ ਆਪਣੇ ਘਰ ਦੇ ਵਿੱਚ ਉਹ ਘਰ ਸੰਭਾਲਣ ਤੇ ਆਪਣੇ ਬੱਚਿਆਂ ਨੂੰ ਦੇਖਣ। ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਘਰ ਔਰ ਬੱਚਿਆਂ ਦੇ ਨਾਲ ਹੋਰ ਵੀ ਬਹੁਤ ਕੁਝ ਕੁੜੀ ਕਰ ਸਕਦੀ ਹੈ, ਜੋ ਅੱਜ ਕੱਲ੍ਹ ਅਸੀਂ ਵਿਮਨ ਐਮਪਾਵਰਮੈਂਟ ਦੀ ਗੱਲ ਕਰ ਰਹੇ ਹਾਂ। ਜੀ। ਤੇ ਬਟ these things we have faced in actuality, ਮਤਲਬ ਸੱਚਾਈ ਫੇਸ ਕੀਤੀ ਹੈ। ਇੱਕ ਗੱਲ ਹੁੰਦੀ ਹੈ ਕਿ ਆਪਾਂ ਗੱਲਬਾਤ ਕਰਦੇ ਹਾਂ, ਮੈਂ ਐਕਚੁਅਲੀ ਫੇਸ ਕੀਤੀ ਹੈ ਸਾਰੀ ਚੀਜ਼ਾਂ, ਤੇ ਮੈਨੂੰ ਬਿਲਕੁਲ ਇਸ ਚੀਜ਼ ਦਾ ਇਲਮ ਹੈ ਕਿ ਕਿੰਨਾ ਔਖਾ ਹੁੰਦਾ ਹੈ ਕੁੜੀਆਂ ਲਈ ਔਰ ਐਂਡ ਈਵਨ ਮੁੰਡਿਆਂ ਲਈ ਐਕਸੈਪਟ ਕਰਨਾ ਕੁੜੀਆਂ ਨੂੰ। ਤੇ ਡਬਲ ਮਿਹਨਤ ਕੁੜੀਆਂ ਨੂੰ ਕਰਨੀ ਪੈਂਦੀ ਹੈ ਟੂ ਪ੍ਰੂਵ ਦੈਮਸੈਲਵਸ, ਲੇਕਿਨ ਜਦੋਂ ਇੱਕ ਵਾਰ ਪ੍ਰੂਵ ਕਰ ਲੈਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਰੋਕਤਾ ਨਹੀਂ। ਮੈਂ ਕਹਿੰਦੀ ਉਸ ਤੋਂ ਬਾਅਦ ਕੋਈ ਰੋਕ ਟੋਕ ਨਹੀਂ ਹੁੰਦੀ। ਅੱਛਾ, ਪੇਂਡੂ ਲੋਕ ਬੜੇ ਭੋਲੇ ਭਾਲੇ ਸਿੱਧੇ ਸਾਦੇ, ਉਹ ਆ ਕੇ ਸਿੱਧੀਆਂ ਗੱਲਾਂ ਕਰ ਜਾਂਦੇ, ਮੈਡਮ ਜੀ ਇਦਾਂ ਨਹੀਂ ਇਦਾਂ ਕਰੋ ਜੀ, ਗੱਲ ਨਹੀਂ ਬਣਨੀ ਹੈਗੀ ਜੀ। ਤੇ ਤੁਹਾਨੂੰ ਹੋਰ ਇੱਕ ਮਖੌਲ ਦੀ ਗੱਲ ਦੱਸਦੀ ਹਾਂ, ਮੈਨੂੰ ਕਿਸੇ ਨੇ ਇੰਟਰੋਡਿਊਸ ਜਦੋਂ ਕੀਤਾ, ਇੱਕ ਪਿੰਡ ਵਾਲੇ ਨੇ, ਇੱਕ ਬਾਬਾ ਜੀ ਸੀਗੇ ਤੇ ਮੇਰੇ ਖਿਆਲ 'ਚ 75 ਸਾਲ ਦੇ ਹੋਣੇ, ਤੇ ਆਪਣੇ ਖੇਤ ਦੇ ਵਿੱਚ ਸੀਗੇ। ਤੇ ਮੈਂ ਗਈ, ਮੈਂ ਕਿਹਾ ਬਾਬਾ ਜੀ ਹੁਣ ਕੀ ਬੀਜਰੋ ਦਿਖਾਓ ਜੀ। ਮੈਂ ਐਵੇਂ ਕਿਉਂਕਿ SDM ਦੀ ਮਨਸ਼ਾ ਹੁੰਦੀ ਹੈ ਕਿ ਆਪਣੀ ਜਿਹੜੇ ਵੀ ਆਪਣੇ ਲੋਕੀ ਹੁੰਦੇ ਆ ਸਬ ਡਿਵੀਜ਼ਨ ਦੇ, ਉਹਨਾਂ ਦੇ ਨਾਲ ਰੂਬਰੂ ਹੋਏ। ਤੇ ਉਹਨਾਂ ਨੇ ਮੇਰੇ ਉੱਤੇ ਦੇਖਿਆ ਚੱਕ ਕੇ ਤੇ ਕਹਿੰਦੇ ਇਹ ਕੌਣ ਹੈ ਕੁੜੀ, ਤੇ ਉਹਨੇ ਦੇਖਿਆ ਮੇਰਾ PSO ਨਾਲ ਸੀਗਾ ਤੇ ਮੈਨੂੰ ਕਿਹਾ ਸਮਝ ਆਇਆ ਕਿ ਕੋਈ ਹੈਗੀ। ਤੇ ਮੇਰੇ PSO ਨੇ ਕਿਹਾ ਮੈਡਮ IAS ਹੈ, ਤੇ ਕਹਿੰਦੇ ਅੱਛਾ ਬੀਬੀ ASI ਹੈ। ਤੇ ASI ਤੇ ਪਟਵਾਰੀ ਪਿੰਡ ਵਾਲੇ ਲਈ ਤਾਂ ਉਹੀ ਹੁੰਦਾ ਹੈ, ਉਹ IAS IPS ਉਹਨਾਂ ਦੇ ਲਈ ਕੋਈ ਮਾਇਨੇ ਨਹੀਂ ਰੱਖਦਾ। ਉਹਨਾਂ ਦੇ ਪਟਵਾਰੀ ਤੇ ਛੋਟਾ ਥਾਣੇਦਾਰ, ਛੋਟਾ ਥਾਣੇਦਾਰ। ਤੇ ਇੰਨਾ ਪਿਆਰ ਇੰਨਾ ਮਿਲਾ ਲੇਕਿਨ ਲੋਕਾਂ ਨਾਲ। ਜਿਵੇਂ ਮੈਨੂੰ ਯਾਦ ਹੈ ਪਹਿਲੀ ਵਾਰੀ ਮੇਰੇ ਸਾਡੇ ਕੋਲ SDM ਦੀ ਜਿਪਸੀ ਹੁੰਦੀ ਸੀਗੀ, ਉਹ ਧਸ ਗਈ ਕਿਉਂਕਿ ਜਦੋਂ ਪਿੰਡ 'ਚ ਜਾ ਰਹੇ ਸੀਗੇ ਤੇ ਕੁਝ ਮੇਰੇ ਖਿਆਲ 'ਚ ਕੁਝ ਗੀਲਾ ਹੋਣਾ ਹੈਗਾ ਸੀ। ਤੇ ਮੈਂ ਉਤਰਨ ਲੱਗੀ, ਮੈਂਨੇ ਕਿਹਾ ਚਲੋ ਹੁਣ ਨਿਕਲ ਜਾਂਦੇ ਹਾਂ। ਲੇਕਿਨ ਉੱਥੇ ਲੋਕੀ ਤੁਸੀਂ ਦੇਖੋ, ਕਿਉਂਕਿ ਮੈਂ SDM ਸੀਗੀ ਔਰ ਮੇਰੇ ਨਾਲ ਪਿਆਰ ਸੀਗਾ, ਮੈਨੂੰ ਕਿਸੇ ਨੇ ਉਤਰ ਨਹੀਂ ਦਿੱਤਾ। ਉਹ ਕਹਿੰਦੇ ਨਹੀਂ ਜੀ ਐਂ ਚੱਕ ਲੈਂਦੇ। 5 ਬੰਦੇ ਨੇ ਲੈਕੇ ਮੋਢੇ ਤੇ ਮੇਰੇ ਲੈਕੇ ਆਪਣਾ ਪੂਰੀ ਜਿਪਸੀ ਚੱਕ ਦੀ। ਮੈਂ ਹੈਰਾਨ, ਮੈंने कहा ਕਮਾਲ ਹੀ ਹੋ ਗਈ। ਮਤਲਬ ਇੰਨੀ ਐਮਬੈਰਸਮੈਂਟ ਹੋ ਰਹੀ ਸੀ ਕਿ मैंने कहा ਪਲੀਜ਼ ਮੈਨੂੰ ਉਤਰਨ ਦਿਓ। ਲੇਕਿਨ ਨਹੀਂ, ਉਹਨਾਂ ਨੂੰ ਇੰਨਾ ਪਿਆਰ ਸੀਗਾ ਕਿ ਉਹਨਾਂ ਨੇ ਮੈਨੂੰ ਉਤਰਨ ਨਹੀਂ ਦਿੱਤਾ। ਤੇ ਇਹੋ ਜਿਹੀ ਚੀਜ਼ਾਂ ਦਿਮਾਗ ਦੇ ਵਿੱਚ ਦੇਖੋ ਕਈ ਰਹਿ ਜਾਂਦੀਆਂ ਭੁੱਲਰ ਸਾਹਿਬ, ਔਰ ਇन्हीं ਚੀਜ਼ਾਂ ਕਾਰਨ ਕਰਕੇ ਤੁਸੀਂ ਚਾਹੁੰਦੇ ਹੋ ਕਿ ਆਪਣੀ ਸਟੇਟ ਲਈ ਆਪਣੇ ਲੋਕਾਂ ਲਈ ਕੁਝ ਕਰੋ, ਕੁਝ ਵਧੀਆ ਸਕੀਮ ਲੈ ਕਰ ਆਓ, ਉਹਨਾਂ ਦਾ ਭਲਾ ਹੋਵੇ। ਤੇ ਆਈ ਥਿੰਕ ਥੀਸ ਆਰ ਦ ਥਿੰਗਸ ਵਿਚ ਵਨ ਰਿਮੈਂਬਰਸ ਇਨ ਲਾਈਫ। ਮਤਲਬ DC ਲੈਵਲ ਤੱਕ ਤੁਸੀਂ ਜ਼ਿਆਦਾ ਮਾਲਵੇ ਵਿੱਚ ਹੀ ਸਰਵ ਕੀਤਾ? ਐਬਸੋਲੂਟਲੀ, ਪੂਰਾ ਪਿਓਰ। ਈਵਨ DC ਫਰੀਦਕੋਟ ਮੈਂ ਪਹਿਲੀ ਲੇਡੀ ਸੀ। ਅੱਛਾ, ਉਸ ਤੋਂ ਪਹਿਲਾਂ ਉੱਥੇ DC ਲੇਡੀ ਨਹੀਂ ਸੀ? ਕਦੀ ਕੋਈ ਨਹੀਂ। ਤੇ ਸਾਰੇ ਅਗੇਨ ਉਹ ਸਾਰੇ ਮੈਨੂੰ ਮਿਲਣ ਆਏ ਜਦੋਂ ਹੁਣ ਤਾਂ ਸਭ ਵੱਡੇ ਵੱਡੇ ਅਹੁਦਿਆਂ ਤੇ ਇਸ ਵੇਲੇ। ਹੁਣ ਤੇ ਅੱਧੇ ਪੰਜਾਬ 'ਚ DC ਤੇ SSP ਕੁੜੀਆਂ ਲੱਗੀਆਂ ਹੋਈਆਂ ਜੀ ਸਾਰੇ ਹੁਣ। ਤੇ ਮੈਂ ਪਹਿਲੀ ਵਾਰੀ ਜਦੋਂ ਲੱਗੀ ਤੇ SSP ਵੀ ਮੇਰੇ ਵੱਲ ਦੇਖ ਰਹੇ ਸੀਗੇ ਕਿ ਇਹ DC ਨਾਲ ਇਹ ਲੇਡੀ ਕਿੱਥੋਂ, ਕਿਉਂਕਿ ਮਾਲਵਾ ਏਰੀਆ ਇੱਕ ਬਹੁਤ ਹੀ ਪੰਜਾਬ ਦੀ ਜਿੰਦਾ ਜਾਨ ਹੈ। ਤੇ ਹੁਣ ਤਾਂ ਸਾਡੇ ਸਪੀਕਰ ਸਾਹਿਬ ਸਾਡੇ ਇੰਨੇ ਜ਼ਿਆਦਾ ਉੱਥੋਂ ਸਾਰੇ ਫਰੀਦਕੋਟ ਹਲਕੇ ਤੋਂ ਆਏ ਹੋਏ ਨੇ। ਜੀ। ਤੇ ਉਦੋਂ ਬੜਾ ਮਜ਼ਾ ਆਇਆ ਕਿਉਂਕਿ ਮੈਨੂੰ ਬੜਾ ਵਧੀਆ ਲੱਗਦਾ ਸੀਗਾ ਚੈਲੰਜਸ ਫੇਸ ਕਰਨਾ। ਔਰ ਮੈਨੂੰ ਇਹ ਲੱਗਿਆ ਕਿ ਪ੍ਰੂਵ ਆਪਣੇ ਆਪ ਨੂੰ ਕਰਨਾ ਕਿ ਕਿੱਦਾਂ ਇੱਕ ਕੁੜੀ ਵੀ ਇਹੋ ਜਿਹੇ ਕੰਮ ਕਰ ਸਕਦੀ ਹੈ ਜੋ ਬੰਦੇ ਕਰ ਸਕਦੇ ਹੈ ਸ਼ਾਇਦ।
ਉਸ ਤੋਂ ਵੀ ਬਿਹਤਰ ਕਰ ਸਕਦੀ ਹੈ ਅਗਰ ਜੇਕਰ ਬਹੁਤ ਮਿਹਨਤ ਕੀਤੀ ਜਾਏ। ਤੇ ਆਈ ਥਿੰਕ ਇਟ ਵਾਸ ਨਾਈਸ ਕਿਉਂਕਿ ਮੈਂ ਉੱਥੇ ਵਧੀਆ ਕੁਝ ਕੁਆਲਿਟੀਜ਼ ਆਪਾਂ ਕੋਸ਼ਿਸ਼ ਕੀਤੀ ਇਨਸਟਿਲ ਕਰਨ ਦੀ, ਪੰਕਚੁਅਲਿਟੀ ਦੀ ਆਫਿਸਿਸ ਦੇ ਵਿੱਚ, ਤੇ ਕੁੜੀਆਂ ਨੂੰ ਬਾਹਰ ਲੈ ਕੇ ਆਉਣਾ। ਉਦੋਂ ਤੁਹਾਨੂੰ ਧਿਆਨ ਹੋਣਾ ਹੈ ਬਹੁਤ ਪਹਿਲਾਂ ਜਦੋਂ ਕਨਸਟੀਟਿਊਸ਼ਨ ਨੇ ਤਾਂ ਵਿਮਨ ਨੂੰ ਸਟੇਟਸ ਦੇ ਦਿੱਤਾ ਸੀਗਾ ਜੀ, ਲੇਕਿਨ ਬੰਦੇ ਦਫ਼ਤਰਾਂ ਦੇ ਵਿੱਚ ਆਉਂਦੇ ਸੀਗੇ ਤੇ ਮੈਂ ਉਹਨਾਂ ਨੂੰ ਪੁੱਛਦੀ ਸੀਗੀ, ਮੈंने कहा ਸਰਪੰਚ ਸਾਹਿਬ ਕਿੱਥੇ ਨੇ? ਤੇ ਕਹਿੰਦੇ ਜੀ ਦੱਸੋ ਅਸੀਂ ਹਾਂ ਸਰਪੰਚ। मैंने कहा नहीं लेकिन नाम तो ਤੁਹਾਡੀ ਲੇਡੀ ਵਾਈਫ ਦਾ ਹੈ। ਜੀ ਜੀ। ਕਹਿੰਦੇ ਨਹੀਂ ਜੀ ਉਹ ਨਹੀਂ ਆ ਸਕਦੇ ਦਫ਼ਤਰ। मैंने कहा क्यों? ਕਹਿੰਦੇ ਜੀ ਉਹਨਾਂ ਨੂੰ ਸੰਗ ਲੱਗਦੀ ਹੈ। मैंने कहा संग लगती है फिर तो मैनू भी तुहाडे तो संग लगनी चाहिए। फिर मेरे हस्बैंड डीसी भटिंडा ने उत्थों जाके तुसी ग्रांट ले आओ जी। एक माहौल इदा जा बन गया। फिर उन्होंने अखबारां दे विच छापता कि मैडम ने भेजता सानू डीसी भटिंडा वाल, और बड़ा वधिया एक आर्टिकल लोगों ने कढ़िया कि दिस इज द वे विमेन शुड एनकरेज विमेन टू कम आउट। बिल्कुल जी। ते उस तो बाद तुसी विश्वास करो कि असी प्रिजाइडिंग अफसर, पोलिंग अफसर विमेन लेडीज़ नू फरीदकोट दे विच लाया पहली बार। ਤੇ ਦੇਖੋ ਕਿੰਨਾ ਵੱਡਾ ਚੇਨ ਰਿਐਕਸ਼ਨ ਉਸ ਤੋਂ ਕਾਰਨ ਆਫ ਕੋਰਸ ਫਿਰ ਮੈਨੂੰ ਸਤਰੀ ਸ਼ਕਤੀ ਪੁਰਸਕਾਰ ਮਿਲਿਆ ਗਵਰਨਮੈਂਟ ਆਫ ਇੰਡੀਆ ਦੇ ਵਿੱਚ, ਇਹ ਰੈਕਗਨੀਸ਼ਨ ਮਿਲਿਆ। ਅੱਛਾ, ਪਹਿਲੀ ਦਫਾ ਸੀ ਜੇ ਪ੍ਰੈਜ਼ਾਈਡਿੰਗ ਆਫਿਸਰ ਇਲੈਕਸ਼ਨ ਦੇ ਡਿਊਟੀ ਸਾਰੀ ਲੇਡੀਜ਼ ਕੋਲ ਸੀ, ਪ੍ਰੀਜ਼ਾਈਡਿੰਗ ਆਫਿਸਰਸ, ਪੋਲਿੰਗ ਆਫਿਸਰਸ ਵਿਮਨ। ਤੇ ਪਹਿਲਾਂ ਤਾਂ ਬੰਦੇ ਹੀ ਆ ਗਏ ਕਿ ਨਹੀਂ ਜੀ ਕਿੱਦਾਂ ਤੁਸੀਂ ਲਾ ਸਕਦੇ ਹੋ ਸਾਡੀ ਜਨਾਨੀਆਂ ਨੂੰ। मैंने कहा देखी जाओगी। मैंने कहा जनानियां ਦਾ ਮਨ ਹੈ ਪਹਿਲੇ ਉਹਨਾਂ ਨੂੰ ਭੇਜੋ, ਮੈਂ ਉਹਨਾਂ ਨੂੰ ਪੁੱਛਦੀ ਹਾਂ। ਉਹ ਤਾਂ ਸਾਰੀ ਬੜੀ ਖੁਸ਼, ਕਹਿੰਦੇ ਦੇਖੋ ਹਰ ਲੇਡੀ ਦਾ ਦਿਲ ਹੁੰਦਾ ਹੈ ਕਿ ਉਹ ਵੀ ਬਾਹਰ ਆਏ, ਉਹ ਵੀ ਪਬਲਿਕ ਸਪੇਸ ਦੇ ਵਿੱਚ ਹੈ, ਲੇਕਿਨ ਉਹਦੇ ਨਾਲ ਬਸ ਸਾਨੂੰ ਇੱਕ ਚੀਜ਼ ਇੰਸ਼ੋਰ ਕਰਨੀ ਹੁੰਦੀ ਹੈ ਕਿ ਇੱਕ ਤਾਂ ਤੁਸੀਂ ਆਪਣੇ ਘਰ ਨੂੰ ਨਾ ਅਪਸੈਟ ਕਰੋ, ਸਾਰੇ ਖੁਸ਼ ਰਹਿਣ ਉੱਥੇ ਵੀ, ਔਰ ਜਿਹੜੇ ਤੁਹਾਡੇ ਮੇਲ ਮੈਂਬਰਸ ਨੇ ਉਹ ਵੀ ਤੁਹਾਡਾ ਸਾਥ ਦੇਣ। ਇਹ ਨਹੀਂ ਹੋਣਾ ਚਾਹੀਦਾ ਕਿ ਉਹ ਕੁਝ ਸੋਚ ਰਹੇ ਤੁਸੀਂ ਕੁਝ ਸੋਚ। ਹਰ ਬੰਦੇ ਨੂੰ ਆਈ ਥਿੰਕ ਇੱਕ ਕਾਮਨ ਪਲੇਟਫਾਰਮ 'ਤੇ ਆਉਣਾ ਹੁੰਦਾ ਹੈ, ਔਰ ਤੁਹਾਡੀ ਸੇਫਟੀ ਹੋਵੇ। That I ensured. Being a lady, I knew what a safety for a woman was. ਤੇ ਇਹ ਮੈਂ ਡੈਫੀਨਿਟਲੀ ਇੰਸ਼ੋਰ ਕੀਤਾ ਕਿ ਇੱਕ ਵੀ ਜਨਾਨੀ ਨੂੰ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਔਰ ਦੇ ਸ਼ੁਡ ਇੰਜੋਏ ਵਾਟ ਦੇ ਆਰ ਡੂਇੰਗ। ਔਰ ਹੁਣ ਤੁਸੀਂ ਦੇਖੋ ਹੁਣ ਸਭ ਪਾਸੇ ਇਲੈਕਸ਼ਨ, ਹੁਣ ਤਾਂ ਆਈ ਵਾਜ਼ ਸੋ ਹੈਪੀ ਜਦੋਂ ਮੈਨੂੰ ਕਿਸੇ ਨੇ ਪਿਛਲੀ ਵਾਰੀ ਦੱਸਿਆ ਕਿ ਡੀਸੀ ਫਰੀਦਕੋਟ ਵਾਜ਼ ਅਨਦਰ ਲੇਡੀ। ਆਫ ਕੋਰਸ ਮੇਰੇ 12-13 ਸਾਲ ਬਾਅਦ ਇੱਕ ਲੇਡੀ ਲੱਗੀ, ਲੇਕਿਨ ਇਟ ਗਿਵਸ ਮੀ, ਮੇਕਸ ਮੀ ਵੈਰੀ ਹੈਪੀ ਟੂ ਸੀ ਮੋਸਟ ਆਫ ਵਿਮਨ ਡਿਪਟੀ ਕਮਿਸ਼ਨਰ। ਉਦੋਂ ਤੇ ਟਾਵਾਂ ਹੀ ਲੜਕੀਆਂ ਆਉਂਦੀਆਂ ਸੀ ਨਾ ਜੀ ਸਰਵਿਸ ਦੇ ਵਿੱਚ, ਔਰ ਟਾਵਾਂ ਡੀਸੀ ਲੱਗਦੀਆਂ ਸੀ ਨਾ। ਬਿਲਕੁਲ, ਤੁਹਾਡੇ ਟਾਈਮ ਤੇ ਮਤਲਬ ਇੱਕ ਦੋ ਕੁੜੀਆਂ ਹੀ ਹੋਣਗੀਆਂ ਜਿਹੜੇ ਡੀਸੀ ਲੱਗੇ ਹੋਣੇ। ਬਿਲਕੁਲ, ਦੋ ਹੀ ਅਸੀਂ ਸੀਗੇ ਉਸ ਸਾਡੇ ਟਾਈਮ 'ਚ ਤੋਂ ਜੋ ਡੀਸੀ ਸਾਈਮਲਟੇਨੀਅਸ ਨਹੀਂ ਰਹੇ। ਤੇ ਉਸ ਤੋਂ ਬਾਅਦ ਤਾਂ ਹੁਣ ਬਟ ਦੇयर ਆਰ ਸੋ ਮੈਨੀ ਵਿਮਨ। ਆਈ ਰਿਮੈਂਬਰ ਅਸੀਂ ਜਦੋਂ ਮੀਟਿੰਗਸ ਦੇ ਵਿੱਚ ਜਾਂਦੇ ਸੀਗੇ ਆਪਣੇ ਚੀਫ ਸੈਕਟਰੀ ਦੇ, ਸਿਰਫ ਅਸੀਂ 2 ਲੇਡੀਜ਼ ਹੁੰਦੇ ਸੀਗੇ ਐਜ਼ ਡਿਪਟੀ ਕਮਿਸ਼ਨਰਸ ਜੋ ਚੰਡੀਗੜ੍ਹ ਮੀਟਿੰਗ ਹੁੰਦੀ ਸੀਗੇ। 18 ਜ਼ਿਲ੍ਹੇ ਸੀਗੇ ਉਦੋਂ, ਤੇ 16 ਮੇਲ ਡੀਸੀਜ਼, 2 ਵਿਮਨ ਡੀਸੀਜ਼। ਤੁਸੀਂ ਔਰ ਇੱਕ ਜਸਪ੍ਰੀਤ ਤਲਵਾਰ ਮੈਂ। ਅੱਛਾ, ਤੁਹਾਡੇ ਸੇਮ ਬੈਚ ਹੈ 97? ਨਹੀਂ ਉਹ 95 ਬੈਚ ਹੈ। ਅੱਛਾ 95, ਓਕੇ 97। ਅੱਛਾ 2 ਹੀ ਹੁੰਦੇ ਸੀ, ਅਸੀਂ 2 ਸੀਗੇ। ਹੁਣ ਮਿਲਿਆ ਜੈਂਟਸ 2 ਹੁੰਦੇ ਨੇ ਤੇ ਅਸੀਂ ਹੁਣ ਤਾਂ ਵਿਚਾਰੇ ਮੈਨੂੰ ਲੱਗਦਾ ਜੈਂਟਸ ਘੱਟ ਵੀ ਕਰਦੇ, ਬਟ ਸਟਿਲ ਵੀ ਨੈਵਰ ਫੈਲਟ। ਸਾਡੇ ਜਿਹੜੇ ਮੇਲ ਕੋਲੀਗਸ ਨੇ ਬੜੇ ਵਧੀਆ ਉਹਨਾਂ ਦੇ ਨਾਲ ਇੰਟਰੈਕਸ਼ਨ ਰਿਹਾ, ਤੇ ਬੜੇ ਇਕਜੁੱਟ ਹੋ ਕੇ ਅਸੀਂ ਸਾਰੇ ਡੀਸੀਜ਼ ਕੰਮ ਕਰਦੇ ਸੀਗੇ। ਉਹ ਤਾਂ ਮਾਹੌਲ ਬਹੁਤ ਵਧੀਆ ਸੀਗਾ, ਔਰ ਹੁਣ ਵੀ ਹੈ। ਲੇਕਿਨ ਆਈ ਥਿੰਕ ਹੁਣ ਸੁਸਾਇਟੀ ਕੁਛ ਇੱਦਾਂ ਦੀ ਹੈ ਜਾਂ ਸਾਡੀ ਐਕਸਪੈਕਟੇਸ਼ਨਸ ਇੱਦਾਂ ਦੀ ਹੋ ਗਈਆਂ ਜਿੱਥੇ ਮੈਂ ਦੇਖ ਰਹੀ ਹੂੰ ਫਰਕ। ਚਾਹੇ ਆਮ ਲੇਡੀ ਹੈ ਚਾਹੇ ਕੋਈ ਆਫਿਸਰ ਲੇਡੀ ਹੈ, ਚੈਲੰਜ ਤੇ ਔਰਤ ਨੂੰ ਸੇਮ ਹੀ ਹੈ ਕਿ ਫਰਕ ਕੋਈ ਹੁੰਦਾ ਜੀ? ਆਈ ਥਿੰਕ ਚੈਲੰਜਸ ਤਾਂ ਸੇਮ ਹੀ ਹੈ, ਕੋਈ ਫਰਕ ਨਹੀਂ ਹੈ, ਬਟ ਆਪਾਂ ਨੂੰ ਥੋੜ੍ਹਾ ਜਿਹਾ ਉਹਦੇ ਲਈ ਹੋਰ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਅਸੀਂ ਇੱਕ ਮੋਟੇ ਤੌਰ 'ਤੇ ਆਪਣੇ ਬੱਚਿਆਂ ਨਾਲ ਵੀ ਕਨੈਕਟਡ ਹੁੰਦੇ ਨੇ, ਅਤੇ ਘਰ-ਬਾਰ ਵੀ ਥੋੜ੍ਹਾ ਜਿਹਾ ਸਾਡਾ ਹੁੰਦਾ ਹੈ ਕਿ ਉਹ ਉਸ ਪਾਸੇ ਵੀ ਸਾਰੇ ਖੁਸ਼ ਰਹਿਣ, ਅਤੇ ਥੋੜ੍ਹੀ ਜਿਹੀ ਐਕਸਟਰਾ ਐਫਰਟ ਲੱਗਦੀ ਹੈ ਡੈਫੀਨੇਟਲੀ ਫॉर अ ਵੂਮਨ। ਹਾਲਾਂਕਿ ਅੱਜ ਕੱਲ੍ਹ ਤਾਂ ਮੇਲਸ ਵੀ ਵਿਚਾਰੇ ਬਾਕੀ ਪੂਰਾ ਸਾਰਾ ਸਾਥ ਦੇ ਰਹੇ ਨੇ ਹਰ ਚੀਜ਼ਾਂ 'ਤੇ, ਜੀ, ਬਟ ਫਿਰ ਵੀ ਇੱਕ ਜਿਹੜੀ ਵੂਮਨ ਦੀ ਇੱਕ ਨੈਚੁਰਲ ਬਾਇਓਲੋਜੀਕਲ ਟੈਂਡੈਂਸੀ ਹੁੰਦੀ ਹੈ ਟੂਵਰਡਸ ਦ ਚਿਲਡਰਨ, ਉਹ ਆਈ ਥਿੰਕ ਇੱਕ ਫੀਲਿੰਗ ਹੈ ਜਿਹਦੇ ਨਾਲ ਥੋੜ੍ਹਾ ਜਿਹਾ ਚੈਲੰਜਸ ਸਾਡੇ ਵੱਧ ਜਾਂਦੇ, ਕਿਉਂਕਿ ਤੁਸੀਂ ਇੱਕ ਪਾਸੇ ਘਰ ਵੀ ਦੇਖ ਰਹੇ ਹੋ ਕਿ ਉਹ ਵੀ ਵਧੀਆ ਤਰੀਕੇ ਨਾਲ ਚੱਲੇ, ਇੱਕ ਤੁਹਾਡੀ ਸਬ ਡਿਵੀਜ਼ਨ ਵੀ ਵਧੀਆ ਤਰੀਕੇ ਨਾਲ ਚੱਲੇ, ਜਾਂ ਤੁਹਾਡਾ ਡਿਸਟ੍ਰਿਕਟ। ਐਂਡ ਆਫ ਕੋਰਸ ਜਦੋਂ ਆਪਾਂ ਸੀਨੀਅਰ ਹੋ ਜਾਂਦੇ ਫਿਰ ਹੌਲੀ ਹੌਲੀ ਚੀਜ਼ਾਂ ਸੈਟਲ ਡਾਊਨ ਹੋ ਜਾਂਦੀਆਂ, ਥਿੰਗਸ ਬਿਕਮ ਈਜ਼ੀਅਰ। ਪਰ ਫੀਲਡ ਦੀ ਜੌਬ ਹੁੰਦੀ ਲੜਕੀਆਂ ਵਾਸਤੇ ਟਫ? ਫੀਲਡ ਦੀ ਜੌਬ ਡੈਫੀਨੇਟਲੀ ਟਫ ਹੁੰਦੀ ਹੈ ਲੇਡੀਜ਼ ਲਈ ਔਰ ਮੇਲਸ ਲਈ ਵੀ, ਦੋਨੋਂ ਲਈ। ਔਰ ਲੇਕਿਨ ਡਟ ਕੇ ਮੁਕਾਬਲਾ ਲੇਡੀਜ਼ ਬੜਾ ਵਧੀਆ ਤਰੀਕੇ ਨਾਲ ਕਰਦੀ ਪਹਿਲਾਂ ਵੀ ਰਹੀਆਂ ਸੀ, ਹੁਣ ਵੀ ਕਰਦੀਆਂ, ਔਰ ਅੱਗੇ ਵੀ ਮੈਨੂੰ ਪਤਾ ਹੈ ਕਿ ਅਬ ਤੋਂ ਖੈਰ ਦੀ ਐਵੇਨਿਊਜ਼ ਹੈਵ ਓਪਨਡ ਅਪ ਕੰਪਲੀਟਲੀ।